स्टेट गौरमेंट का बजट जदों पेश हुंदा, बजट के डाकूमेंट की हुंदे आ, वो जे आपां चैक करने आ तो उहदे लई सब तो पहलां पंजाब गौरमेंट की जिहड़ी फाइनांस डिपार्टमेंट की वैबसाइट आ finance.punjab.gov.in दे उपर आपां विजिट करना। फिर लैफ्ट साइड ते स्टेट बजट का एक तुहानूं मैन्यू दिखूगा, लिंक दिखूगा, लिंक के उपर क्लिक कर देना। तो लिंक के उपर क्लिक करन तो बाद जिहड़ी स्क्रीन अपने को शो हो रही है तो आपां इत्थों 2016-17 तो लैके 2022 तक दे जिन्ने भी बजट पेश होए ने उन्हां नाल रिलेटड जिन्ने भी बजट के डाकूमेंट आ इत्थों डाउनलोड कर सकते हैं। तो आपां शुरू करांगे 2022-23 के बजट तो। 2022-23 का जिहड़ा बजट पंजाब विधान सभा दे विच पेश होया वह इस वैबसाइट ते हुण अवेलेबल आ। इत्थे जिहड़े जिहड़े डाकूमेंट अवेलेबल ने आपां उन्हां बारे थोड़ा बरीफ दे विच पहलां दसदे हां। पहला डाकूमेंट आ बजट स्पीच इंग्लिश। पंजाब विधान सभा दे विच वित्त मंत्री जी वल्लों जिहड़ा भाषण दिता गया, बजट पेश किया गया, उहदी जिहड़ी स्पीच अवेलेबल आ इंग्लिश, हिंदी, पंजाबी तिन्ने लैंगुएज दे विच अवेलेबल आ। इहदा PDF आ, इत्थों आपां व्यू कर सकते हैं। इहदे तो बाद अगला डाकूमेंट आ बजट एट ए ग्लांस। हुण पहलां ये दस दईए कि जिहड़ी बजट स्पीच हुंदी है वो बजट का पूरा हिस्सा नहीं हुंदा, ਉਹਦੇ सिर्फ हाईलाइट्स हुंदे ने। गौरमेंट दीयां जिहड़ियां प्रैफरेंस हुंदियां ने, जिहड़ियां गौरमेंट इस्टैबलिश होने तो पहलां जिहड़े जनता दे नाल आम तौर ते वादे करदे आ, ਉਹਦੇ ਵਿੱਚੋਂ ਜਿਹੜੇ ਜਿਹੜੇ ਫੁੱਲਫਿਲ ਕੀਤੇ ਜਾਂਦੇ ਆ ਜਾਂ ਜਿਹੜੀਆਂ ਮੇਜਰ ਸੈਕਟਰ ਹੁੰਦੇ ਨੇ, ਮੇਜਰ ਸਕੀਮਾਂ ਹੁੰਦੀਆਂ ਨੇ, ਉਹ ਬਜਟ ਸਪੀਚ ਦੇ ਵਿੱਚ ਮੁੱਖ ਤੌਰ ਤੇ ਹੁੰਦੀਆਂ ਨੇ। ਪਰ ਜਿਹੜਾ ਓਵਰਆਲ ਜਿਹੜਾ ਬਜਟ ਹੁੰਦਾ ਉਹ ਬਹੁਤ ਵੱਡਾ ਇੱਕ ਡਾਕੂਮੈਂਟ ਹੁੰਦਾ। ਤਾਂ ਉਹ ਤੁਸੀਂ ਦੇਖ ਸਕਦੇ ਹੋ ਜਿਹੜਾ ਸਟੇਟ ਦਾ ਟੋਟਲ ਬਜਟ ਹੁੰਦਾ ਉਹ ਇੱਥੋਂ ਸ਼ੁਰੂ ਹੁੰਦਾ ਡਿਮਾਂਡ ਫਾਰ ਗ੍ਰਾਂਟਸ ਵੋਲਿਊਮ 1, ਅੱਗੇ ਵੋਲਿਊਮ 2, ਵੋਲਿਊਮ 3। ਬਜਟ ਬੁੱਕ ਦੀਆਂ ਇਹ 3 ਕਿਤਾਬਾਂ ਹੁੰਦੀਆਂ ਨੇ। ਇਹ 3 ਕਿਤਾਬਾਂ ਮਤਲਬ ਇੱਕੋ ਹੀ ਆ, ਇਹ ਬਜਟ ਬੁੱਕ ਹੁੰਦੀ ਆ। ਇਹਦੇ ਵੋਲਿਊਮ 3 ਬਣਾਏ ਗਏ ਆ। ਡਿਪਾਰਟਮੈਂਟਾਂ ਦਾ ਜਿਹੜਾ ਬਜਟ ਆ ਉਹ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਡਿਪਾਰਟਮੈਂਟ ਵਾਈਜ਼। ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਬਾਅਦ ਦੇ ਵਿੱਚ ਗੱਲ ਕਰਾਂਗੇ। ਉਸ ਤੋਂ ਬਾਅਦ ਅਗਲਾ ਜਿਹੜਾ ਡਾਕੂਮੈਂਟ ਹੈ ਡਿਮਾਂਡ ਫਾਰ ਗ੍ਰਾਂਟ ਕੈਪੀਟਲ ਐਕਸਪੈਂਡੀਚਰ। ਇੱਕ ਕੈਪੀਟਲ ਐਕਸਪੈਂਡੀਚਰ ਹੁੰਦਾ, ਇੱਕ ਰੈਵਨਿਊ ਐਕਸਪੈਂਡੀਚਰ ਹੁੰਦਾ। ਉਹ ਕੀ ਹੁੰਦਾ ਆਪਾਂ ਉਹਦੇ ਬਾਰੇ ਵੀ ਡਿਟੇਲ ਦੇ ਵਿੱਚ ਕਰਾਂਗੇ। ਅੱਗੇ ਆ ਰਸੀਟ ਬਜਟ, ਜਿਹੜਾ ਉੱਪਰ ਆਪਾਂ ਬਜਟ ਦੀ ਗੱਲ ਕੀਤੀ ਹੈ। ਡਿਮਾਂਡ ਫਾਰ ਵੋਲਿਊਮ 1, 2 ਜਾਂ 3 ਹੈ ਜਾਂ ਕੈਪੀਟਲ ਐਕਸਪੈਂਡੀਚਰ ਹੈ, ਇਹ ਖਰਚੇ ਦਾ ਬਜਟ ਆ। ਅਤੇ ਸਰਕਾਰ ਨੂੰ ਆਉਣ ਵਾਲੇ ਸਾਲ ਦੇ ਵਿੱਚ ਇਨਕਮ ਵੀ ਹੁੰਦੀ ਆ। ਤਾਂ ਇਨਕਮ ਜਿਹੜੀ ਹੁੰਦੀ ਆ ਜਾਂ ਜਿਹੜੀ ਰਸੀਟ ਹੁੰਦੀ, ਆਮਦਨ ਹੁੰਦੀ ਆ, ਉਹਦੇ ਲਈ ਰਸੀਟ ਬੁੱਕ ਹੁੰਦੀ ਹੈ। ਅੱਗੇ ਹੁੰਦੀ ਆ ਸਪੈਸ਼ਲ ਕੰਪੋਨੈਂਟ ਪਲਾਨ, ਜਿਹੜੇ ਕੀ ਆ ਵਿਸ਼ੇਸ਼ ਭਲਾਈ ਸਕੀਮਾਂ ਹੁੰਦੀਆਂ ਨੇ, ਉਹ ਬਜਟ ਇਹਨਾਂ ਦੇ ਵਿੱਚ ਉਪਲਬਧ ਹੁੰਦਾ। ਇੱਥੇ ਜਿਹੜਾ ਅਵੇਲੇਬਲ ਲਾਸਟ ਡਾਕੂਮੈਂਟ ਆ ਉਹ ਹੈ ਵੋਟ ਔਨ ਅਕਾਊਂਟ। ਜਦੋਂ ਕੋਈ ਵੀ ਨਵੀਂ ਗੌਰਮੈਂਟ ਬਣਦੀ ਆ ਤਾਂ ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਨੇ, ਇਲੈਕਸ਼ਨ ਦਾ ਜਿਹੜਾ ਰਿਜ਼ਲਟ ਆ ਉਹ ਲਗਭਗ ਅਪ੍ਰੈਲ ਮਹੀਨੇ ਦੇ ਵਿੱਚ ਆਉਂਦਾ ਅਤੇ ਜਿਹੜਾ ਫਾਈਨੈਂਸ਼ੀਅਲ ਈਅਰ ਆ ਉਹ 31 ਮਾਰਚ ਨੂੰ ਖਤਮ ਹੋ ਜਾਂਦਾ। ਤਾਂ ਜਿਹੜੀ ਨਵੀਂ ਗੌਰਮੈਂਟ ਆਈ ਹੁੰਦੀ ਆ ਉਹਨੂੰ ਬਜਟ ਬਣਾਉਣ ਦੇ ਲਈ ਕੁਛ ਟਾਈਮ ਪੀਰੀਅਡ ਚਾਹੀਦਾ ਹੁੰਦਾ, ਕਿਉਂਕਿ ਜਿਹੜੀ ਬਜਟ ਬਣਾਉਣ ਦੀ ਜਿਹੜੀ ਪ੍ਰੋਸੈਸ ਆ ਫਾਈਨਾਂਸ ਡਿਪਾਰਟਮੈਂਟ ਦੇ ਵਿੱਚ ਦਸੰਬਰ ਦੇ ਵਿੱਚ ਸਟਾਰਟ ਹੋ ਜਾਂਦੀ ਹੈ ਅਤੇ ਉਹ ਜਨਵਰੀ, ਫਰਵਰੀ ਪੂਰਾ ਮਹੀਨਾ ਚੱਲਦੀ ਰਹਿੰਦੀ ਆ ਅਤੇ ਮਾਰਚ ਦੇ ਵਿੱਚ ਜਿਹੜਾ ਬਜਟ ਆ ਪੂਰਾ ਤਿਆਰ ਹੋ ਕੇ ਵਿਧਾਨ ਸਭਾ ਦੇ ਵਿੱਚ ਪੇਸ਼ ਹੁੰਦਾ। ਅਤੇ ਪੰਜਾਬ ਦਾ ਸਿਸਟਮ ਇਹ ਆ ਕਿ ਅਪ੍ਰੈਲ ਦੇ ਵਿੱਚ ਇਲੈਕਸ਼ਨ ਦੇ ਰਿਜ਼ਲਟ ਆਉਂਦੇ ਆ, ਨਵੀਂ ਗੌਰਮੈਂਟ ਬਣਦੀ ਆ। ਤਾਂ ਜਦੋਂ ਨਵੀਂ ਗੌਰਮੈਂਟ ਬਣਦੀ ਆ, 5 ਸਾਲਾਂ ਬਾਅਦ ਗੌਰਮੈਂਟ ਚੇਂਜ ਹੁੰਦੀ ਆ, ਤਾਂ ਉਹ ਗੌਰਮੈਂਟ ਵੱਲੋਂ ਜਿਹੜਾ ਟੈਂਪਰੇਰੀ ਜਿਹੜਾ ਬਜਟ ਪੇਸ਼ ਕੀਤਾ ਜਾਂਦਾ 3 ਮਹੀਨੇ ਦੇ ਲਈ, ਉਹਨੂੰ ਵੋਟ ਔਨ ਅਕਾਊਂਟ ਬਜਟ ਕਹਿੰਦੇ ਆ। ਹਰ ਇੱਕ 5 ਸਾਲਾਂ ਬਾਅਦ ਜਦੋਂ ਗੌਰਮੈਂਟ ਚੇਂਜ ਹੁੰਦੀ ਆ ਤਾਂ ਪਹਿਲਾਂ ਵੋਟ ਔਨ ਅਕਾਊਂਟ ਬਜਟ ਹੀ ਬਣਦਾ। ਤਾਂ ਹੁਣ ਆਪਾਂ ਆਉਂਦੇ ਹਾਂ ਕਿ ਇਹ ਜਿਹੜੇ ਬਜਟ ਦੇ ਡਾਕੂਮੈਂਟ ਨੇ ਇਹਨਾਂ ਵਿੱਚ ਕੀ ਕੀ ਇਨਫੋਰਮੇਸ਼ਨ ਹੁੰਦੀ ਹੈ।
ਆਪਾਂ ਬਜਟ ਸਪੀਚ ਦੇ ਬਾਰੇ ਦੱਸਤਾ ਕਿ ਵਿਧਾਨ ਸਭਾ ਦੇ ਵਿੱਚ ਜੋ ਬੋਲ ਕੇ ਦੱਸਿਆ ਜਾਂਦਾ, ਜੋ ਭਾਸ਼ਣ ਦਿੱਤਾ ਜਾਂਦਾ, ਉਹ ਬਜਟ ਸਪੀਚ ਦਾ ਹਿੱਸਾ ਹੁੰਦਾ। ਇਹਦੇ 'ਚ ਸਿਰਫ ਬਰੀਫ ਦੇ ਵਿੱਚ ਦੱਸਿਆ ਜਾਂਦਾ, ਜਿਵੇਂ ਕਿ ਸਿੱਖਿਆ ਵਿਭਾਗ ਲਈ ਕੀ ਬਜਟ ਰੱਖਿਆ, ਸਿਹਤ ਵਿਭਾਗ ਲਈ ਕੀ ਬਜਟ ਰੱਖਿਆ। ਤਾਂ ਇਹਨਾਂ ਦੀ ਜਿਹੜੀਆਂ ਡਿਟੇਲ ਨੇ ਜੇ ਆਪਾਂ ਚੈੱਕ ਕਰਨੀਆਂ ਹੋਣ ਤਾਂ ਉਹ ਡਿਮਾਂਡ ਫਾਰ ਗ੍ਰਾਂਟਸ ਦੇ ਵਿੱਚੋਂ ਹੀ ਆਪਾਂ ਚੈੱਕ ਕਰ ਸਕਦੇ ਹਾਂ। ਇੱਕ ਹੁਣ ਆਪਾਂ ਇਹਦੇ ਤੋਂ ਜਿਹੜੀ ਬੁੱਕ ਆ ਉਹ ਡਾਊਨਲੋਡ ਕਰਕੇ ਦੇਖਦੇ ਹਾਂ ਕਿ ਇਹਦੇ ਵਿੱਚ ਕੀ ਇਨਫੋਰਮੇਸ਼ਨ ਹੁੰਦੀ ਹੈ, ਅਤੇ ਉਹਦੀਆਂ ਫਿਰ ਜਿਹੜੀਆਂ ਬਰੀਕੀਆਂ ਨੇ ਆਪਾਂ ਉਹਦੇ ਬਾਰੇ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਦੇ ਹਾਂ। ਤਾਂ ਹੁਣ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ। ਡਿਮਾਂਡ ਫਾਰ ਗ੍ਰਾਂਟਸ ਵੋਲੀਅਮ 1। ਵੋਲੀਅਮ 1 ਦੇ ਵਿੱਚ ਇੱਥੇ ਜਿਵੇਂ ਲਿਖਿਆ ਹੋਇਆ 1 to 14। 1 to 14 ਦਾ ਇਹਦਾ ਮਤਲਬ ਹੈ ਕਿ 1 ਨੰਬਰ ਡਿਮਾਂਡ ਤੋਂ ਲੈ ਕੇ 14 ਨੰਬਰ ਡਿਮਾਂਡ ਤੱਕ ਜਿਹੜਾ ਬਜਟ ਆ ਉਹ ਵੋਲੀਅਮ 1 ਦੇ ਵਿੱਚ ਅਵੇਲੇਬਲ ਆ। ਇਹ ਡਿਮਾਂਡ ਕੀ ਹੁੰਦੀ ਆ, ਡਿਮਾਂਡ ਨੰਬਰ ਕੀ ਹੁੰਦੀ ਆ, ਇਹਦੇ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਸਰਕਾਰ ਦੇ ਜਿੰਨੇ ਵੀ ਵਿਭਾਗ ਨੇ ਉਹਨਾਂ ਵਿਭਾਗਾਂ ਦੀ ਕੋਈ ਨਾ ਕੋਈ ਇੱਕ ਡਿਮਾਂਡ ਨੰਬਰ ਆ, ਮਤਲਬ ਉਹਨੂੰ ਇੱਕ ਬਜਟ ਦੇ ਲਈ ਇੱਕ ਕੋਡ ਦਿੱਤਾ ਗਿਆ। ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕੋਡ ਆ ਉਹ ਹੁੰਦੇ ਨੇ। ਪਹਿਲਾਂ ਆਪਾਂ ਗੱਲ ਕਰਦੇ ਹਾਂ ਡਿਮਾਂਡ ਨੰਬਰ ਦੇ ਬਾਰੇ। ਇੱਥੇ ਹੁਣ ਜਿਵੇਂ 1 ਤੋਂ 14 ਤੱਕ ਜਿਹੜੀਆਂ ਡਿਮਾਂਡ ਨੰਬਰ ਨੇ ਉਹਦੇ 'ਚ ਕਿਹੜੇ-ਕਿਹੜੇ ਡਿਪਾਰਟਮੈਂਟ ਆਉਂਦੇ ਆ, ਜਾਂ ਕਹਿ ਲਓ ਕਿਹੜੇ-ਕਿਹੜੇ ਡਿਪਾਰਟਮੈਂਟਾਂ ਦਾ ਬਜਟ ਆਉਂਦਾ, ਉਹ ਇਹਦੇ ਵਿੱਚ ਇੰਡੈਕਸ ਦੇ ਵਿੱਚ ਹੁਣ ਦੱਸਿਆ ਹੋਇਆ। 1 ਨੰਬਰ ਜਿਹੜੀ ਡਿਮਾਂਡ ਆ ਉਹ ਖੇਤੀਬਾੜੀ ਵਿਭਾਗ ਦੀ ਆ। 2 ਨੰਬਰ ਡਿਮਾਂਡ ਆ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੀ ਆ। ਮਤਲਬ ਇਹ 'ਚ 3 ਵਿਭਾਗ ਆ ਗਏ ਨੇ। ਜਿਵੇਂ ਖੇਤੀਬਾੜੀ ਆ, ਖੇਤੀਬਾੜੀ ਦੇ ਵਿੱਚ ਵੀ ਅਲੱਗ-ਅਲੱਗ ਡਾਇਰੈਕਟੋਰੇਟਸ ਆ ਜਾਂਦੇ ਨੇ। ਤੀਜਾ ਸਹਿਕਾਰਤਾ ਆ ਗਿਆ। ਸਹਿਕਾਰਤਾ ਵਿਭਾਗ ਦੇ ਵਿੱਚ ਵੀ 2 ਵਿਭਾਗ ਹੁੰਦੇ ਨੇ। ਇਸੇ ਤਰ੍ਹਾਂ ਬਾਕੀ ਦੇ ਜਿਹੜੇ ਵਿਭਾਗ ਨੇ ਉਹ ਸਾਰਿਆਂ ਦੇ ਜਿਹੜੇ ਵਿਭਾਗਾਂ ਦੇ ਆ ਇੰਡੈਕਸ ਆ ਇੱਥੇ ਦਿੱਤਾ ਗਿਆ। 1 ਨੰਬਰ ਡਿਮਾਂਡ ਦੇ ਵਿੱਚ ਕਿਹੜੇ-ਕਿਹੜੇ ਵਿਭਾਗ ਆਉਂਦੇ ਆ ਜਾਂ ਕਿਹੜੀਆਂ ਮੇਜਰ ਹੈੱਡ ਆਉਂਦੇ ਆ, ਉਹਦੇ ਬਾਰੇ ਇਹ ਦੱਸਿਆ ਹੈ। ਜਿਵੇਂ 2401 ਹੈੱਡ ਹੈ, 2402 ਹੈ ਭੂਮੀ ਅਤੇ ਜਲ ਸੰਭਾਲ, ਇਹ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਦਾ ਡਿਮਾਂਡ ਨੰਬਰ ਹੈ। ਜਿਹੜਾ 2406 ਆ ਇਹ ਫੋਰੈਸਟ ਐਂਡ ਵਾਈਲਡ ਲਾਈਫ ਦਾ ਡਿਪਾਰਟਮੈਂਟ ਆ। ਅਤੇ 2415 ਜਿਹੜਾ ਐਗਰੀਕਲਚਰ ਰਿਸਰਚ ਐਂਡ ਐਜੂਕੇਸ਼ਨ, ਇਹਦੇ ਵਿੱਚ ਪੰਜਾਬ ਐਗਰੀਕਲਚਰ ਜਿਹੜੀ ਯੂਨੀਵਰਸਿਟੀ ਆ ਉਹਦਾ ਬਜਟ ਆ ਜਾਂਦਾ। ਅੱਗੇ ਇਸੇ ਤਰ੍ਹਾਂ ਜਿਹੜਾ ਪਸ਼ੂ ਪਾਲਣ ਵਿਭਾਗ ਆ ਉਹਦੀਆਂ ਡਿਮਾਂਡਸ ਨੰਬਰ ਲਿਖੇ ਹੋਏ ਨੇ। ਇਸੇ ਤਰ੍ਹਾਂ ਇਹ ਸਾਰੀਆਂ ਜਿਹੜੀਆਂ ਡਿਮਾਂਡ ਨੇ ਉਹਦੀ ਡਿਸਕ੍ਰਿਪਸ਼ਨ ਆ ਜਿਹੜੀ ਇਹ ਦਿੱਤੀ ਹੋਈ ਆ। ਹੁਣ ਆਪਾਂ ਸਭ ਤੋਂ ਪਹਿਲਾਂ ਆਉਂਦੇ ਹਾਂ ਡਿਮਾਂਡ ਨੰਬਰ 1 ਦੇ ਵਿੱਚ। ਡਿਮਾਂਡ ਨੰਬਰ 1 ਦੇ ਵਿੱਚ ਇਹਦਾ ਨਾਮ ਕੀ ਹੈ, ਇਹਦੀ ਸਾਰੀ ਜਿਹੜੀ ਡਿਟੇਲ ਆ ਇਹ ਦੱਸੀ ਹੋਈ ਆ। ਸਭ ਤੋਂ ਪਹਿਲਾਂ ਜਿਵੇਂ ਆਪਾਂ ਦੇਖ ਰਹੇ ਹਾਂ ਮੁੱਖ ਮੱਧ, ਜਾਂ ਜਿਹਨੂੰ ਆਪਾਂ ਮੇਜਰ ਹੈੱਡ ਕਹਿ ਦਿੰਦੇ ਹਾਂ, ਕਿ 1 ਨੰਬਰ ਡਿਮਾਂਡ ਦੇ ਵਿੱਚ ਕਿਹੜੇ-ਕਿਹੜੇ ਮੇਜਰ ਹੈੱਡ ਆ ਜਾਂਦੇ ਆ, ਉਹ ਆਪਾਂ ਪਹਿਲਾਂ ਹੀ ਦੱਸਦੇ ਆ। ਉਸ ਤੋਂ ਬਾਅਦ ਅੱਗੇ ਜਿਹੜਾ ਇਹ ਅੰਗਰੇਜ਼ੀ ਪੰਜਾਬੀ ਦੇ ਵਿੱਚ ਡਿਮਾਂਡ ਨੰਬਰ ਅਤੇ ਡਿਮਾਂਡ ਦੀ ਡਿਸਕ੍ਰਿਪਸ਼ਨ ਤੋਂ ਬਾਅਦ ਅਗਲਾ ਜਿਹੜਾ ਕਾਲਮ ਆ ਇਹਦੇ 'ਚ ਲਿਖਿਆ ਹੋਇਆ ਵੋਟਡ ਚਾਰਜਡ। ਹੁਣ ਇਹ ਵੋਟਡ ਚਾਰਜ ਕੀ ਹੁੰਦਾ? ਇੱਕ ਤਾਂ ਖਰਚਾ ਉਹ ਹੁੰਦਾ ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਹੋਣ ਤੋਂ ਮਗਰੋਂ ਹੀ ਖਰਚ ਕੀਤਾ ਜਾ ਸਕਦਾ। ਇੱਕ ਇਹੋ ਜਿਹੇ ਖਰਚੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਕਰਨ ਦੀ ਜ਼ਰੂਰਤ ਨਹੀਂ ਹੈ, ਬਿਨਾਂ ਪਾਸ ਕੀਤੇ ਹੀ ਉਹ ਖਰਚਾ ਕੀਤਾ ਜਾ ਸਕਦਾ। ਉਹਨੂੰ ਆਪਾਂ ਚਾਰਜ ਕਹਿ ਦਿੰਦੇ ਹਾਂ। ਇਹ ਚਾਰਜ ਖਰਚਾ ਕਿਹੜਾ ਹੁੰਦਾ? ਜਦੋਂ ਕਿਸੇ ਕੋਰਟ ਕੇਸ ਦਾ ਡਿਸੀਜ਼ਨ ਆਉਂਦਾ, ਉਹ ਕੋਰਟ ਕੇਸ ਦੇ ਡਿਸੀਜ਼ਨ ਦੇ ਰਿਜ਼ਲਟ ਵਜੋਂ ਜਦੋਂ ਕੋਈ ਪੇਮੈਂਟ ਕਰਨੀ ਹੁੰਦੀ ਹੈ ਤਾਂ ਉਹਨੂੰ ਆਪਾਂ ਚਾਰਜਡ ਕਹਿੰਦੇ ਹਾਂ। ਮਤਲਬ ਕਿਸੇ ਅਦਾਲਤ ਦੇ ਫੈਸਲੇ ਦੇ ਆਧਾਰ 'ਤੇ ਜਦੋਂ ਪੇਮੈਂਟ ਕਰਨੀ ਹੁੰਦੀ ਹੈ, ਜਿਵੇਂ ਕਿਸੇ ਐਂਪਲਾਈ ਨੂੰ ਜਾਂ ਪੈਨਸ਼ਨਰ ਨੂੰ ਕੋਈ ਬੈਨੀਫਿਟ ਨਹੀਂ ਦਿੱਤਾ ਗਿਆ, ਉਹ ਇੰਟਰਸਟ ਦੀ ਡਿਮਾਂਡ ਕਰਦਾ, ਤਾਂ ਉਹ ਇੰਟਰਸਟ ਦੇ ਜਦੋਂ ਕੋਰਟ ਆਰਡਰ ਕਰ ਦਿੰਦੀ ਆ ਜਿਹੜੀ ਉਹ ਪੇਮੈਂਟ ਕੀਤੀ ਜਾਣੀ ਆ, ਤਾਂ ਉਹ ਚਾਰਜ ਐਕਸਪੈਂਡੀਚਰ ਦੇ ਵਿੱਚੋਂ ਕੀਤੀ ਜਾਂਦੀ ਆ। ਅਗਲਾ ਜਿਹੜਾ ਕਾਲਮ ਆ ਜਾਂਦਾ ਇਹ ਅਕਾਊਂਟਸ ਦਾ ਮਤਲਬ ਹੁੰਦਾ ਹੈ ਕਿ ਜਦੋਂ ਕਿਸੇ ਵੀ ਸਾਲ ਦੇ ਵਿੱਚ ਜਿਹੜੇ ਖਰਚੇ ਕੀਤੇ ਜਾਂਦੇ ਆ
ਉਹ ਖਰਚਿਆਂ ਦਾ ਏਜੀ ਪੰਜਾਬ ਦੇ ਨਾਲ ਫਿਰ ਮਿਲਾਨ ਕੀਤਾ ਜਾਂਦਾ। ਮਤਲਬ ਜਿੰਨਾ ਖਰਚਾ ਕੀਤਾ ਗਿਆ ਸੀ ਉਹਨੂੰ ਫਿਰ ਅਕਾਊਂਟੈਂਟ ਜਨਰਲ ਪੰਜਾਬ ਦੇ ਨਾਲ ਮੈਚ ਕੀਤਾ ਜਾਂਦਾ। ਜੇ ਕੋਈ ਡਿਫਰੈਂਸ ਹੁੰਦਾ ਵਾ, ਜੋ ਫਿਗਰਾਂ ਅਕਾਊਂਟੈਂਟ ਜਨਰਲ ਪੰਜਾਬ ਵੱਲੋਂ ਫਾਈਨਲ ਹੁੰਦੀਆਂ ਨੇ, ਉਹੀ ਫਿਗਰਾਂ ਇਹ ਬਜਟ ਬੁੱਕ ਦੇ ਵਿੱਚ ਅਕਾਊਂਟਸ ਦੇ ਕਾਲਮ ਦੇ ਵਿੱਚ ਛਪਦੀਆਂ ਨੇ। ਉਹਦੇ ਤੋਂ ਬਾਅਦ ਆ ਜਾਂਦਾ ਅਗਲਾ ਕਾਲਮ ਹੈ ਬਜਟ ਅਨੁਮਾਨ, ਅਤੇ ਫਿਰ ਇਹਦੇ ਨਾਲ ਸਾਲ ਵੀ ਲਿਖਿਆ। ਇਹਦੇ 'ਚ ਜਿਵੇਂ ਸਾਲ ਲਿਖਿਆ ਹੋਇਆ 2021 2022 ਬਜਟ ਅਨੁਮਾਨ। ਫਿਰ ਅਗਲਾ ਕਾਲਮ ਆ ਰਿਵਾਈਜ਼ਡ ਐਸਟੀਮੇਟ 2021 2022, ਅਤੇ ਅਖੀਰਲਾ ਕਾਲਮ ਆ ਬਜਟ ਐਸਟੀਮੇਟ 2022 2023। ਇਹਨਾਂ ਤਿੰਨਾਂ ਕਾਲਮਾਂ ਦਾ ਕੀ ਮਤਲਬ ਹੈ ਕਿ ਜਦੋਂ ਬਜਟ ਤਿਆਰ ਹੁੰਦਾ, ਅਗਲੇ ਸਾਲ ਦੇ ਜਿਹੜੇ ਐਸਟੀਮੇਟ ਆ ਉਹ ਬਜਟ ਦੇ ਵਿੱਚ ਲਾਏ ਜਾਂਦੇ ਆ। ਕਿ ਹੁਣ ਜਿਵੇਂ ਆਪਾਂ ਇੱਥੇ ਦੇਖ ਰਹੇ ਹਾਂ, ਆਪਾਂ ਪਹਿਲਾਂ ਜੇ ਲਾਸਟ ਕਾਲਮ ਦੀ ਗੱਲ ਕਰੀਏ, ਇਹਦੇ ਵਿੱਚ 2022 2023 ਇਹਦੇ ਬਜਟ ਅਨੁਮਾਨ ਤਿਆਰ ਕੀਤੇ ਗਏ ਆ। ਇਹ ਜਿਹੜੇ ਬਜਟ ਅਨੁਮਾਨਾਂ ਦਾ ਮਤਲਬ ਇਹੀ ਹੈ ਕਿ ਸਾਲ 2022 23 ਦੇ ਵਿੱਚ ਕਿਹੜੇ ਖਰਚੇ ਕੀਤੇ ਜਾਣੇ ਆ, ਕਿਹੜੇ ਪਰਪਸ ਲਈ ਕਿੰਨਾ ਖਰਚਾ ਕੀਤਾ ਜਾਣਾ, ਉਹ ਇਹ ਬਜਟ ਐਸਟੀਮੇਟ ਹੁੰਦਾ। ਹੁਣ ਜਦੋਂ ਇਹ 2022-23 ਦਾ ਐਸਟੀਮੇਟ ਤਿਆਰ ਹੋ ਗਿਆ ਤਾਂ ਇਹ ਸਾਰਾ ਸਾਲ ਜਿਹੜੇ ਖਰਚੇ ਆ ਇਹ ਕੀਤੇ ਜਾਣੇ ਹੁੰਦੇ ਆ। ਪਰ ਇਹੋ ਜਿਹੀ ਪੋਸੀਬਿਲਿਟੀ ਵੀ ਹੁੰਦੀ ਆ ਕਿ ਕਿਸੇ ਪਰਪਸ ਦੇ ਲਈ ਆਪਾਂ ਜਿਹੜਾ ਬਜਟ ਰੱਖਿਆ ਵਾ, ਜਿੰਨੀ ਬਜਟ ਦੀ ਅਮਾਊਂਟ ਰੱਖੀ ਆ, ਉਹ ਅਮਾਊਂਟ ਉਨੀ ਖਰਚ ਨਾ ਹੋਵੇ, ਉਹ ਤੋਂ ਘੱਟ ਵੀ ਸਕਦੀ ਆ ਅਤੇ ਵੱਧ ਵੀ ਸਕਦੀ ਆ। ਕਿਉਂਕਿ ਜਿਹੜਾ ਬਜਟ ਕੁਛ ਵੀ ਨਹੀਂ ਹੁੰਦਾ, ਇਹ ਕੀ ਆ, ਸਿਰਫ ਇੱਕ ਆਉਣ ਵਾਲੇ ਸਾਲ ਦੇ ਵਿੱਚ ਖਰਚਿਆਂ ਦਾ ਅਤੇ ਆਮਦਨ ਦਾ ਅਨੁਮਾਨ ਹੁੰਦਾ ਵਾ। ਅਤੇ ਜਿਹੜੇ ਅਨੁਮਾਨ ਹੁੰਦੇ ਆ, ਜਿਹੜੇ ਐਸਟੀਮੇਟ ਹੁੰਦੇ ਆ, ਉਹ ਹਮੇਸ਼ਾ ਐਗਜ਼ੈਕਟ ਨਹੀਂ ਹੁੰਦੇ, ਹਮੇਸ਼ਾ ਕਰੈਕਟ ਨਹੀਂ ਹੁੰਦੇ। ਉਹਨਾਂ ਦੇ ਵਿੱਚ ਕੁਛ ਨਾ ਕੁਛ ਜਿਹੜੀ ਚੇਂਜ ਆ ਉਹ ਕਰਨੀ ਪੈਂਦੀ ਆ। ਤਾਂ ਹੁਣ ਜਿਵੇਂ ਆਪਾਂ ਇੱਥੇ ਇਹ ਬਜਟ ਬੁੱਕ ਦੇ ਵਿੱਚ ਦੇਖੀਏ, ਹੁਣ ਜਿਹੜਾ ਇਹ ਕਾਲਮ ਆ 2021-22 ਬਜਟ ਐਸਟੀਮੇਟ, ਇਹਦਾ ਮਤਲਬ ਇਹ ਹੈ ਕਿ 2021 ਦੇ ਵਿੱਚ 21-22 ਦੇ ਲਈ ਜਿਹੜੇ ਬਜਟ ਦੇ ਐਸਟੀਮੇਟ ਲਾਏ ਗਏ ਸੀਗੇ, ਉਹ ਜਿਹੜੀ ਇਹ ਫਿਗਰ ਆਪਣੇ ਕੋਲੇ ਸ਼ੋ ਹੋ ਰਹੀ ਹੈ, ਇਹ ਕਿੰਨੀ ਹੈ 100,035587। ਇਹ 1000 ਦੇ ਵਿੱਚ ਅਮਾਊਂਟ ਹੈ। ਪਰ ਡਿਊਰਿੰਗ ਦੀ ਈਅਰ ਜਿਹੜਾ ਖਰਚਾ ਜਿਵੇਂ ਆਪਾਂ ਦੱਸਿਆ, ਇਹ ਘੱਟ ਸਕਦਾ ਜਾਂ ਵੱਧ ਸਕਦਾ ਵਾ। ਹੁਣ ਜਿਹੜਾ ਉਹ ਖਰਚਾ ਘੱਟ ਵੱਧ ਦਾ ਜਿਹੜਾ ਐਸਟੀਮੇਟ ਹੈ, ਉਹ ਫਿਰ ਸਾਲ ਦੇ ਐਂਡ ਦੇ ਉੱਪਰ ਜਾਂ ਅਗਲੇ ਸਾਲ ਦਾ ਜਦੋਂ ਬਜਟ ਤਿਆਰ ਹੁੰਦਾ ਤਾਂ ਉਹ ਘੱਟ ਜਾਂ ਜਿਹੜੇ ਵੱਧ ਖਰਚਾ ਵਾ ਉਹਦਾ ਐਸਟੀਮੇਟ ਦੁਬਾਰਾ ਤੋਂ ਲਾਇਆ ਜਾਂਦਾ ਵਾ। ਹੁਣ ਇੱਥੇ ਜਿਵੇਂ ਆਪਾਂ ਦੇਖ ਰਹੇ ਹਾਂ, ਬਜਟ ਐਸਟੀਮੇਟ ਦੇ ਵਿੱਚ ਜਿਹੜੀ ਫਿਗਰ ਸੀ ਉਹ ਕੋਈ ਹੋਰ ਸੀਗੀ, ਅਤੇ ਰਿਵਾਈਜ਼ਡ ਐਸਟੀਮੇਟ ਦੇ ਵਿੱਚ ਜਿਹੜੀ ਇਹ ਫਿਗਰ ਘਟ ਗਈ ਆ। ਘਟ ਕੇ ਕਿੰਨੀ ਹੋ ਗਈ ਹੈ 855,690,70। ਮਤਲਬ ਦੋਨੋਂ ਜਿਹੜੀਆਂ ਫਿਗਰਾਂ ਨੇ ਇਹ ਫਰਕ ਆ ਗਿਆ। ਇਹਦਾ ਜਿਹੜਾ ਪਹਿਲਾਂ ਜਿਹੜਾ ਖਰਚੇ ਦਾ ਅਨੁਮਾਨ ਜ਼ਿਆਦਾ ਸੀ ਪਰ ਇਹ ਖਰਚਾ ਇੰਨਾ ਨਹੀਂ ਹੋਇਆ, ਤਾਂ ਰਿਵਾਈਜ਼ਡ ਐਸਟੀਮੇਟ ਦੇ ਵਿੱਚ ਜਿਹੜਾ ਖਰਚਾ ਘਟਾ ਦਿੱਤਾ ਗਿਆ। ਅਤੇ ਅਗਲੇ ਸਾਲ ਦੇ ਵਿੱਚ ਕਿੰਨਾ ਖਰਚਾ ਹੋਣਾ, ਹੁਣ 88122140। ਤਾਂ ਹੁਣ ਜਿਹੜਾ 2022-23 ਦਾ ਇਹ ਬਜਟ ਐਸਟੀਮੇਟ ਲਾਏ ਗਏ ਆ, ਹੁਣ ਜਦੋਂ ਦਸੰਬਰ ਦੇ ਵਿੱਚ ਫਿਰ ਬਜਟ ਬਣਨਾ ਸ਼ੁਰੂ ਹੋਊਗਾ ਤਾਂ ਉੱਥੇ ਫਿਰ ਇਹਨਾਂ ਨੂੰ ਵੀ ਰਿਵਾਈਜ਼ਡ ਐਸਟੀਮੇਟ ਤਿਆਰ ਕੀਤੇ ਜਾਂਦੇ ਆ। ਇਹ ਖਰਚਾ ਜਿਹੜਾ ਘੱਟ ਵੱਧ ਸਕਦਾ ਵਾ। ਤਾਂ ਹੁਣ ਇੱਥੋਂ ਆਪਾਂ ਨੂੰ ਕਲੀਅਰ ਹੁੰਦਾ ਕਿ ਬਜਟ ਐਸਟੀਮੇਟ ਕੀ ਹੁੰਦੇ ਆ। ਜਦੋਂ ਆਪਾਂ ਅਨੁਮਾਨ ਲਾ ਲਿਆ ਕਿ ਆਉਣ ਵਾਲੇ ਸਾਲ ਦੇ ਵਿੱਚ ਕਿੰਨਾ ਖਰਚਾ ਹੋਣਾ, ਉਹਦਾ ਆਪਾਂ ਪਹਿਲਾਂ ਐਸਟੀਮੇਟ ਲਾ ਲਿਆ। ਅਤੇ ਰਿਵਾਈਜ਼ਡ ਐਸਟੀਮੇਟ ਦਾ ਮਤਲਬ ਕੀ ਆ ਕਿ ਜਦੋਂ ਸਾਲ ਐਂਡ ਹੋਣ ਵਾਲਾ ਹੁੰਦਾ ਤਾਂ ਉਹ ਤੋਂ 3 ਜਾਂ 4 ਮਹੀਨੇ ਪਹਿਲਾਂ ਆਪਾਂ ਐਸਟੀਮੇਟ ਲੈਣਾ ਸ਼ੁਰੂ ਕਰ ਦਿੰਦੇ ਹਾਂ ਕਿ ਆਪਾਂ ਇੰਨੇ ਖਰਚੇ ਦਾ ਐਸਟੀਮੇਟ ਲਾਇਆ ਸੀ, ਪਰ ਜਿਹੜਾ ਖਰਚਾ ਉਹ ਘੱਟ ਵੱਧ ਸਕਦਾ। ਤਾਂ ਸਾਲ ਦੇ ਐਂਡ ਦੇ ਵਿੱਚ ਜਾ ਕੇ ਆਪਾਂ ਨੂੰ ਜਿਹੜੀ ਪਿਕਚਰ ਆ ਉਹ ਕਲੀਅਰ ਹੋ ਜਾਂਦੀ ਆ ਕਿ ਐਕਚੁਅਲ ਦੇ ਵਿੱਚ ਜਿਹੜਾ ਖਰਚਾ ਵਾ ਉਹ ਕਿੰਨਾ ਕੁ ਹੋਊਗਾ। ਤਾਂ ਇਹ ਸਾਰੇ ਇਹ ਕਾਲਮ ਸੀਗੇ। ਇਹ ਤਾਂ ਅਸੀਂ ਸਿਰਫ ਇਹਨਾਂ ਦੀ ਬਰੀਫ
ਸਮਰੀ। ਹੁਣ ਆਪਾਂ ਸਭ ਤੋਂ ਪਹਿਲਾਂ ਆਉਂਦੇ ਹਾਂ ਕਿਸੇ ਇੱਕ ਡਿਪਾਰਟਮੈਂਟ ਦਾ ਜਿਹੜਾ ਬਜਟ ਆ ਉਹ ਆਪਾਂ ਦੇਖਦੇ ਹਾਂ। ਹੁਣ ਸਕਰੀਨ ਦੇ ਉੱਪਰ ਜਿਵੇਂ ਦਿਖ ਰਿਹਾ, ਡਿਮਾਂਡ ਨੰਬਰ 1 ਦੇ ਵਿੱਚ ਇਹ ਬਜਟ ਦੇ ਮਾਈਨਰ ਹੈਡ 2401 ਮੇਜਰ ਹੈਡ ਆ ਗਿਆ ਡਿਮਾਂਡ ਨੰਬਰ 1 ਦੇ ਵਿੱਚ। ਇਹਦੇ ਵਿੱਚ ਡਿਪਾਰਟਮੈਂਟ ਦਾ ਜਿਹੜਾ ਹੈਡ ਆ ਇਹ ਡਾਇਰੈਕਟਰ ਖੇਤੀਬਾੜੀ ਵਿਭਾਗ ਆ। ਤਾਂ ਇੱਥੋਂ ਇਹ ਕਲੀਅਰ ਹੋ ਜਾਂਦਾ ਕਿ 2401 ਜਿਹੜਾ ਹੈਡ ਆ ਇਹ ਡਾਇਰੈਕਟਰ ਐਗਰੀਕਲਚਰ ਡਿਪਾਰਟਮੈਂਟ ਦੇ ਨਾਲ ਰਿਲੇਟਡ ਆ। ਅਤੇ ਡਾਇਰੈਕਟਰ ਐਗਰੀਕਲਚਰ ਨੇ ਜਿਹੜੇ ਖਰਚੇ ਕਰਨੇ ਆ ਉਹ ਕਿਹੜੀਆਂ ਚੀਜ਼ਾਂ 'ਤੇ ਜਾਂ ਕਿਹੜੀਆਂ ਸਕੀਮਾਂ 'ਤੇ ਕੀਤੇ ਜਾਣੇ ਆ, ਉਹਨਾਂ ਦੀ ਡਿਟੇਲ ਆਪਾਂ ਨੂੰ ਇੱਥੋਂ ਮਾਈਨਰ ਹੈਡ ਤੋਂ ਪਤਾ ਲੱਗਦੀ ਆ। ਜਿਵੇਂ 001 ਡਾਇਰੈਕਸ਼ਨ ਐਂਡ ਐਡਮਿਨਿਸਟ੍ਰੇਸ਼ਨ, ਇਹ ਜਿਹੜਾ ਹੈਡ ਹੁੰਦਾ ਇਹ ਹਰੇਕ ਡਿਪਾਰਟਮੈਂਟ ਦੇ ਵਿੱਚ ਹੁੰਦਾ, ਡਾਇਰੈਕਸ਼ਨ ਐਂਡ ਐਡਮਿਨਿਸਟ੍ਰੇਸ਼ਨ। ਅੱਗੇ ਆ ਜਿਹੜਾ 102 104 105 109 ਇਹ ਕੀ ਨੇ, ਮਾਈਨਰ ਹੈਡ ਆ, ਜਾਂ ਜਿਹਨੂੰ ਆਪਾਂ ਛੋਟੀ ਮੱਦ ਕਹਿ ਦਿੰਦੇ ਆ। ਇਹਦੇ ਅੰਡਰ ਵੀ ਫਿਰ ਅੱਗੇ ਫਰਦਰ ਸਕੀਮਾਂ ਹੁੰਦੀਆਂ ਨੇ। ਅਗਲੇ ਪੇਜ 'ਤੇ ਜਦੋਂ ਹੁਣ ਆਪਾਂ ਆਉਂਦੇ ਹਾਂ ਐਕਚੁਅਲ ਦੇ ਵਿੱਚ ਜਿਹੜੀ ਹੁਣ ਬਜਟ ਫਿਗਰ ਆ ਇੱਥੋਂ ਸ਼ੁਰੂ ਹੁੰਦੀ ਆ। ਹੁਣ ਇੱਥੇ ਆਪਾਂ ਖੇਤੀਬਾੜੀ ਵਿਭਾਗ ਦਾ ਜਿਹੜਾ ਬਜਟ ਆ ਉਹ ਦੇਖ ਰਹੇ ਹਾਂ। ਉਹਦੇ ਵਿੱਚ ਡਾਇਰੈਕਸ਼ਨ ਐਂਡ ਐਡਮਿਨਿਸਟ੍ਰੇਸ਼ਨ ਦੇ ਉੱਪਰ ਕਿੰਨਾ ਬਜਟ ਆ, ਉਹਦੇ ਅੰਡਰ ਫਿਰ ਅੱਗੇ ਸਬ ਹੈਡ ਆ ਗਿਆ ਡਾਇਰੈਕਸ਼ਨ, ਕਿ ਡਾਇਰੈਕਸ਼ਨ ਦੇ ਉੱਪਰ ਕਿੰਨਾ ਬਜਟ ਆ। ਇਹਦੇ ਵਿੱਚ ਹੁਣ ਇੱਥੋਂ ਆਪਾਂ ਨੂੰ ਜਿਹੜੀਆਂ ਐਕਚੁਅਲ ਦੇ ਵਿੱਚ ਬਜਟ ਫਿਗਰ ਮਿਲਣੀਆਂ ਨੇ ਉਹ ਸ਼ੁਰੂ ਹੁੰਦੀਆਂ ਨੇ ਕਿ ਐਗਰੀਕਲਚਰ ਡਿਪਾਰਟਮੈਂਟ ਦਾ ਤਨਖਾਹਾਂ ਦੇ ਉੱਪਰ, ਵੇਜਸ ਦੇ ਉੱਪਰ, ਕਾਰਾਂ ਦੀ ਰਿਪੇਅਰ ਐਂਡ ਮੇਨਟੇਨੈਂਸ ਦੇ ਉੱਪਰ ਦਫ਼ਤਰ ਦੇ ਖਰਚੇ ਕਿੰਨੇ ਨੇ, ਰੈਂਟ ਰੇਟ ਟੈਕਸਸ ਕਿੰਨੇ ਨੇ, ਐਡਵਰਟਾਈਜ਼ਿੰਗ ਐਂਡ ਪਬਲਿਸਿਟੀ ਕਿੰਨੀ ਹੈ, ਬਿਜਲੀ ਪਾਣੀ ਦਾ ਜਾਂ ਟੈਲੀਫੋਨ ਦਾ ਕਿੰਨੇ ਖਰਚੇ ਨੇ, ਕਿੰਨਾ ਬਜਟ ਹੈ, ਉਹ ਸਾਰੇ ਜਿਹੜੇ ਐਸਟੀਮੇਟ ਆਪਾਂ ਨੂੰ ਇੱਥੋਂ ਮਿਲ ਜਾਣਗੇ। ਹੁਣ ਇਸੇ ਤਰ੍ਹਾਂ ਆਪਾਂ ਇੱਕ ਐਗਜ਼ਾਮਪਲ ਹੋਰ ਲੈ ਕੇ ਚੱਲਦੇ ਹਾਂ ਕਿ ਸਿੱਖਿਆ ਵਿਭਾਗ ਦਾ ਜੇ ਆਪਾਂ ਬਜਟ ਦੇਖਣਾ, ਸਿੱਖਿਆ ਵਿਭਾਗ ਦੀ ਜਿਹੜੀ ਮੰਗ ਨੰਬਰ ਆ ਉਹ 5 ਹੈ। ਇਹਦਾ ਨਾਮ ਹੈ ਸਿੱਖਿਆ, ਅਤੇ ਇਹ ਇਸ ਬਜਟ ਬੁੱਕ ਦੇ 145 ਤੋਂ ਲੈ ਕੇ 264 ਪੇਜ ਨੰਬਰ ਦੇ ਉੱਪਰ ਜਿਹੜਾ ਬਜਟ ਆ ਅਵੇਲੇਬਲ ਹੈ। ਜਦੋਂ ਆਪਾਂ ਸਿੱਖਿਆ ਦਾ ਇਹ ਬਜਟ ਖੋਲ੍ਹਦੇ ਹਾਂ ਤਾਂ ਇਹਦੇ 'ਤੇ ਸਭ ਤੋਂ ਪਹਿਲਾਂ ਲਿਖਿਆ ਹੋਇਆ ਡਿਮਾਂਡ ਨੰਬਰ 5। ਇਹਦੇ ਵਿੱਚ ਅੱਗੇ ਮੇਜਰ ਹੈਡ 2071 2075 2202 2204 2205 2235 ਅਤੇ 4202 ਇਹ ਇਹਨਾਂ ਦੇ ਮੇਜਰ ਹੈਡ ਆ ਐਜੂਕੇਸ਼ਨ ਦੇ। ਇਹਨਾਂ ਦੀ ਡਿਸਕ੍ਰਿਪਸ਼ਨ ਲਿਖੀ ਹੋਈ ਹੈ। 271 ਦੇ ਵਿੱਚ ਪੈਨਸ਼ਨ ਐਂਡ ਅਦਰ ਰਿਟਾਇਰਮੈਂਟ ਬੈਨੀਫਿਟਸ, ਇਹ ਤੋਂ ਕਲੀਅਰ ਹੀ ਹੁੰਦਾ ਕਿ ਇਹਦੇ 'ਚ ਪੈਨਸ਼ਨ ਦਾ ਜਾਂ ਹੋਰ ਰਿਟਾਇਰੀ ਬੈਨੀਫਿਟ ਨੇ, ਜਿਵੇਂ ਲੀਵ ਇਨਕੈਸ਼ਮੈਂਟ ਜਾਂ ਹੋਰ ਬੈਨੀਫਿਟ ਨੇ, ਉਹ ਇਹਦੇ ਸਾਰੇ ਇਹਦੇ ਵਿੱਚ ਕਵਰ ਹੁੰਦੇ ਆ। ਅੱਗੇ ਮਿਸਲੇਨੀਅਸ ਜਨਰਲ ਸਰਵਿਸਿਜ਼, ਮਿਸਲੇਨੀਅਸ ਦਾ ਮਤਲਬ ਜਿਹੜਾ ਕਿਸੇ ਹੋਰ ਪਾਸੇ ਕਵਰ ਨਹੀਂ ਹੁੰਦਾ, ਉਹ ਇੱਧਰ ਬਜਟ ਆਊਗਾ। ਜਨਰਲ ਐਜੂਕੇਸ਼ਨ, ਸਪੋਰਟਸ ਐਂਡ ਯੂਥ ਸਰਵਿਸਿਜ਼, ਆਰਟ ਐਂਡ ਕਲਚਰ, ਸੋਸ਼ਲ ਸਿਕਿਉਰਿਟੀ ਐਂਡ ਵੈਲਫੇਅਰ, ਕੈਪੀਟਲ ਆਊਟਲੇ ਔਨ ਐਜੂਕੇਸ਼ਨ, ਸਪੋਰਟਸ ਐਂਡ ਕਲਚਰ, ਇਹ ਜਿਹੜੇ ਅਲੱਗ-ਅਲੱਗ ਨੇ ਇਹ ਹੈਡ ਦਿੱਤੇ ਹੋਏ ਆ। ਅਤੇ ਅੱਗੇ ਜਦੋਂ ਆਪਾਂ ਆਉਂਦੇ ਹਾਂ ਫਿਰ 2071 ਪਹਿਲਾਂ ਜਿਹੜਾ ਹੈਡ ਆ ਉਹਦੀ ਡਿਟੇਲ ਦਿੱਤੀ ਹੋਈ। ਆਪਾਂ 2071 ਬਾਰੇ ਨਹੀਂ ਆਪਾਂ ਜ਼ਿਆਦਾ ਡਿਟੇਲ 'ਚ ਗੱਲ ਨਹੀਂ ਕਰਾਂਗੇ। ਸਭ ਤੋਂ ਪਹਿਲਾਂ ਜਿਹੜੀ ਹੁਣ ਆਪਣੇ ਕੋਲੇ ਦਿਖ ਰਿਹਾ ਇਹ ਹੈਡ ਆ 2202 ਜਨਰਲ ਐਜੂਕੇਸ਼ਨ। ਇਹਦੇ ਵਿੱਚ ਕਿਹੜਾ ਬਜਟ ਆ ਜਾਂਦਾ ਉਹ ਲਿਖਿਆ ਹੋਇਆ। ਡਿਫੈਂਸ ਸਰਵਿਸਿਜ਼ ਵੈਲਫੇਅਰ, ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਮਤਲਬ DGSE ਦਾ ਬਜਟ, DPI ਕਾਲਜਸ ਦਾ, DPI ਪ੍ਰਾਇਮਰੀ ਦਾ, DPI ਸੈਕੰਡਰੀ ਦਾ, ਲੈਂਗੁਏਜ ਡਿਪਾਰਟਮੈਂਟ ਆ ਜਿਹੜਾ ਅਲੱਗ ਹੈ, ਰੂਸਾ ਆ ਗਿਆ, RUSA, SCERT, ਸਟੇਟ ਪ੍ਰੋਜੈਕਟ ਡਾਇਰੈਕਟਰ SSA, ਸਰਵ ਸਿੱਖਿਆ ਅਭਿਆਨ। ਤਾਂ ਇਹਨਾਂ ਸਾਰਿਆਂ ਦਾ ਜਿਹੜਾ ਬਜਟ ਆ ਇਹ 2202 ਹੈਡ ਦੇ ਵਿੱਚ ਆ ਜਾਂਦਾ। ਹੁਣ ਇਹਦੇ ਵਿੱਚ 2202 ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਆ ਜਾਂਦਾ ਪ੍ਰਾਇਮਰੀ ਐਜੂਕੇਸ਼ਨ। ਇਹ ਤਾਂ ਆਪਾਂ ਇੱਕ ਡਿਪਾਰਟਮੈਂਟ ਦੇ ਬਜਟ ਦੀ ਗੱਲ ਕੀਤੀ ਸੀ। ਵੋਲੀਅਮ 2 ਦੇ ਵਿੱਚ 15 ਤੋਂ ਲੈ ਕੇ 28 ਨੰਬਰ ਡਿਮਾਂਡ ਨੇ ਜਿਹੜੀਆਂ ਉਹਨਾਂ ਦੀ ਡਿਸਕ੍ਰਿਪਸ਼ਨ ਦਿੱਤੀ ਹੋਈ ਆ। ਵਾਟਰ ਰਿਸੋਰਸ, ਲੇਬਰ, ਲੋਕਲ ਗੌਰਮੈਂਟ, ਪਲੈਨਿੰਗ, ਪਬਲਿਕ ਵਰਕਸ, ਰੂਰਲ ਡਿਵੈਲਪਮੈਂਟ, ਟੈਕਨੀਕਲ ਐਜੂਕੇਸ਼ਨ, ਇਹਨਾਂ ਡਿਪਾਰਟਮੈਂਟਾਂ ਦਾ ਜਿਹੜਾ ਬਜਟ ਆ
ਜਾਂ ਹੋਰ ਡਿਪਾਰਟਮੈਂਟਾਂ ਦਾ ਜਿਹੜਾ ਬਜਟ ਆ ਵੋਲੀਅਮ 2 ਦੇ ਵਿੱਚ ਆ ਜਾਂਦਾ। ਇਸੇ ਤਰ੍ਹਾਂ ਵੋਲੀਅਮ 3 ਦੇ ਵਿੱਚ ਟਰਾਂਸਪੋਰਟ, ਵਿਜੀਲੈਂਸ, ਇੰਪਲਾਇਮੈਂਟ ਜਨਰੇਸ਼ਨ, ਫੋਰੈਸਟ, ਇਹਨਾਂ ਡਿਪਾਰਟਮੈਂਟਾਂ ਨੂੰ ਮਿਲਾ ਕੇ ਟੋਟਲ ਜਿਹੜਾ ਹੁਣ ਇਹ ਬਜਟ ਆ 42 ਡਿਮਾਂਡ ਦੇ ਵਿੱਚ ਇਹ ਵੰਡਿਆ ਹੋਇਆ ਵਾ। ਤਾਂ ਇਹਦੀ ਜਿਹੜੀ ਇਕੱਲੇ ਡਿਪਾਰਟਮੈਂਟ ਦਾ ਜੀ ਬਜਟ ਆਪਾਂ ਕੋਈ ਸਕੀਮ ਵਾਈਜ਼ ਚੈੱਕ ਕਰਨਾ, ਆਪਾਂ ਨੂੰ ਸਕੀਮ ਦਾ ਨਾਮ ਪਤਾ ਹੋਣਾ ਚਾਹੀਦਾ, ਤਾਂ ਉੱਥੋਂ ਆਪਾਂ ਇਹ ਬਜਟ ਨੂੰ ਚੈੱਕ ਕਰ ਸਕਦੇ ਹਾਂ। ਹੁਣ ਜਿਵੇਂ ਆਪਾਂ ਫੋਰੈਸਟ ਡਿਪਾਰਟਮੈਂਟ ਦਾ ਕੋਈ ਵੀ ਬਜਟ ਲੱਭਣਾ ਹੋਵੇ ਤਾਂ ਉਹਦੇ ਲਈ ਆਪਾਂ ਆਪਾਂ ਨੂੰ ਸਕੀਮ ਦਾ ਨਾਮ ਪਤਾ ਹੋਣਾ ਚਾਹੀਦਾ, ਤਾਂ ਉਹਦਾ ਜਿਹੜਾ ਬਜਟ ਆਪਾਂ ਦੇਖ ਸਕਦੇ ਹਾਂ। ਹੁਣ ਆਪਾਂ ਜਿਵੇਂ ਫੋਰੈਸਟ ਡਿਪਾਰਟਮੈਂਟ ਦਾ 2406 ਹੈਡ ਹੈ, ਉਹਦਾ ਬਜਟ ਚੈੱਕ ਕਰਨਾ ਤਾਂ ਆਪਾਂ ਸਰਚ ਕਰਾਂਗੇ। ਹੁਣ 32 ਨੰਬਰ ਡਿਮਾਂਡ ਆ ਗਈ ਹੈ ਇਹਦੇ ਵਿੱਚ 2406 ਹੈਡ ਆ ਗਿਆ। 2406 ਦੇ ਵਿੱਚ ਅੱਗੇ ਬਾਕੀ ਡਿਪਾਰਟਮੈਂਟਾਂ ਦੀ ਤਰ੍ਹਾਂ ਇਹਦੇ 'ਚ ਵੀ ਅੱਗੇ ਅਲੱਗ-ਅਲੱਗ ਮਾਈਨਰ ਹੈੱਡ ਬਣੇ ਹੋਏ ਆ। ਹੁਣ ਇਹਦੇ 'ਚ ਜਿਹੜਾ ਹੈੱਡ ਆਫ ਡਿਪਾਰਟਮੈਂਟ ਆ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਆਫ ਫੋਰੈਸਟ, ਸਿਰਫ ਇੱਕੋ ਹੀ ਡਿਪਾਰਟਮੈਂਟ ਆ। ਇਹਦੇ ਵਿੱਚ ਫਿਰ ਅੱਗੇ ਜਿਹੜੇ ਸੈਲਰੀ ਦਾ ਜਿਵੇਂ ਉਸੇ ਤਰ੍ਹਾਂ ਆਪਾਂ ਬਜਟ ਆ 2406 01 001 ਡਾਇਰੈਕਸ਼ਨ ਐਡਮਿਨਿਸਟ੍ਰੇਸ਼ਨ ਦੇ ਅੰਡਰ ਇਹ ਚੈੱਕ ਕਰ ਸਕਦੇ ਹਾਂ। ਅੱਜ ਦੇ ਵੀਡੀਓ ਦੇ ਵਿੱਚ ਇੰਨੀ ਕੁ ਜਾਣਕਾਰੀ। ਅਗਲੇ ਵੀਡੀਓ ਦੇ ਵਿੱਚ ਹੁਣ ਆਪਾਂ ਬਜਟ ਦੀਆਂ ਜਿਹੜੀਆਂ ਬਾਕੀ ਕਈ ਟਰਮੀਨੋਲੋਜੀਜ਼ ਨੇ ਉਹਨਾਂ ਦੇ ਬਾਰੇ ਆਪਾਂ ਗੱਲ ਸ਼ੁਰੂ ਕਰਾਂਗੇ। ਅੱਜ ਦਾ ਵੀਡੀਓ ਜੇ ਚੰਗਾ ਲੱਗਿਆ ਹੋਵੇ ਤਾਂ ਆਪਣੇ ਬਾਕੀ ਸਾਥੀਆਂ ਨਾਲ ਵੀ ਇਹ ਸ਼ੇਅਰ ਕਰ ਦਿਓ। ਧੰਨਵਾਦ।